हाँ जी, सत श्री अकाल जी साਰਿਆਂ ਨੂੰ। मैं धर्मपाल सिंह, हिसाब मास्टर गवर्नमेंट हाई स्कूल पतारा। विद्यार्थियों, क्लास 7वीं का दूजा अध्याय भिन्ना ते दशमलव जिहड़ा हैगा है ਅਸੀਂ ਉਹ कर रहे हाँ। भिन्ना वाला हिस्सा ਤੁਸੀਂ पहले पार्ट ਦੇ ਵਿੱਚ ਜਿਹੜਾ ਹੈਗਾ ਉਹ ਬਖੂਬੀ ਸਮਝਿਆ ਹੋਵੇਗਾ। ਦਸ਼ਮਲਵ ਦਾ ਇਹ ਦੂਸਰਾ ਲੈਕਚਰ ਹੈ। ਪਹਿਲੇ ਲੈਕਚਰ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਸੀ ਕਿ ਦਸ਼ਮਲਵ ਕੀ ਹੁੰਦਾ ਹੈ, ਦਸ਼ਮਲਵ ਦੇ ਵਿੱਚ ਕਿਵੇਂ ਆਪਾਂ ਦੋ ਰਕਮਾਵਾਂ ਨੂੰ ਆਪਸ ਦੇ ਵਿੱਚ ਜਮਾ ਕਰਦੇ ਹਾਂ, ਕਿਵੇਂ ਦੋ ਰਕਮਾਂ ਨੂੰ ਆਪਸ ਦੇ ਵਿੱਚ ਘਟਾਓ ਕਰਦੇ ਹਾਂ, ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕੀਤੀ ਸੀ। ਆਓ ਵਿਦਿਆਰਥੀਓ, ਹੁਣ ਅਸੀਂ ਦਸ਼ਮਲਵਾਂ ਦੀ ਗੁਣਾ ਜਿਹੜੀ ਹੈਗੀ ਆ ਉਹਨਾਂ ਦੀ ਗੱਲ ਕਰੀਏ। ਦਸ਼ਮਲਵ ਦੀ ਗੁਣਾ, ਜਿਹੜਾ ਦਸ਼ਮਲਵ ਦੀ ਗੁਣਾ ਹੈ, ਇਸ ਨੂੰ ਸਿੱਧੇ ਤਰੀਕੇ ਨਾਲ ਤਾਂ ਸਮਝਾਇਆ ਜਾ ਸਕਦਾ ਹੈ, पर फिर भी जेकर असी उस गुणा का एक तथ्य समझ लीए तो मेरे ख्याल नाल साडे वास्ते करना जिहड़ा हैगा वो सौखा हो जाएगा। किवें? पहलों मैं तुहानूं ये दसना चाहांगा, मान लो 2 गुणा 3 है। दशमलव की गल असी बाद विच करांगे। 2 गुणा 3 है, इहदा अर्थ हुंदा है कि 2 नूं 3 बार जोड़िया गया है। ठीक है जी। जे तां दशमलव तो बिना संख्या दित्ती गई होवे फिर तो यह संख्या करनी बहुत सौखी है, 2 गुणा 3, 2 जमा 3 गुणा 3। लेकिन साडे वास्ते दिक्कत मुश्किल उदों आंदी है जदों असीं 0.1 नूं 0.1 यानी कि भाव ये कि दशमलव वाली जिहड़ी गुणा हैगी है जदों आपां उहनूं करना शुरू करते हैं फिर साडे कोल जिहड़ी हैगी वो दिक्कत आंदी है। सो इस दिक्कत नूं पहलां असीं ज्योमैट्रिकल ढंग दे नाल समझांगे, फिर दसांगे कि असीं इहनूं एक्चुअल दे विच जिहड़ी हैगी असल दे विच आपां गुणा किस ढंग नाल करनी है। सो आओ विद्यार्थियों, पहलों एक छोटी जी आपां क्रिया करते हैं, एक गेम टाइप खेडते हैं, ਉਹਦੇ ਵਿੱਚ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਵਿਦਿਆਰਥੀਓ, ਸਾਡੇ ਕੋਲ ਕੰਮ ਹੈ 0.1 ਨੂੰ 0.1 ਦੇ ਨਾਲ ਗੁਣਾ ਕਰਨਾ। ਇਹਦਾ ਅਰਥ ਹੁੰਦਾ ਹੈ 1/10 ਨੂੰ 1/10 ਦੇ ਨਾਲ ਗੁਣਾ ਕਰਨਾ, ਤੇ ਇਹਦਾ ਅਰਥ ਕੀ ਹੁੰਦਾ ਹੈ 1/10 ਦਾ 1/10। ਇਹ ਅਸਲ ਦੇ ਵਿੱਚ ਜਿਹੜਾ ਹੈਗਾ ਆ ਇਹਦਾ ਰੂਪਾਂਤਰਿਕ ਰੂਪ ਜਿਹੜਾ ਹੈਗਾ ਉਹ ਇਹ ਆ। ਠੀਕ ਹੈ ਜੀ। ਹੁਣ ਅਸੀਂ ਕੀ ਕਰਦੇ ਆ, ਇੱਥੇ ਇੱਕ ਛੋਟਾ ਜਿਹਾ ਤਾਂ ਨਹੀਂ, ਅਸੀਂ ਇੱਕ ਵੱਡਾ ਬਾਕਸ ਤਿਆਰ ਕਰਦੇ ਹਾਂ। ਠੀਕ ਹੈ ਜੀ। ਇਸ ਬਾਕਸ ਦੇ ਵਿੱਚ ਅਸੀਂ ਕੀ ਕਰਦੇ, 10 ਖਾਨੇ ਇੱਧਰ ਬਣਾਵਾਂਗੇ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ ਤੇ ਇੱਕ ਇੱਧਰ ਨੂੰ ਲੈ ਜਾਂਦੇ ਆ 10ਵਾਂ। ਇਹ 10 ਖਾਨੇ ਅਸੀਂ ਇੱਧਰ ਨੂੰ ਬਣਾਏ ਨੇ, ਇਸੇ ਢੰਗ ਨਾਲ ਇੱਧਰਲੇ ਪਾਸੇ ਚੱਲਦੇ ਆ। ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ ਤੇ ਇੱਕ ਆਪਾਂ ਹੋਰ ਥੱਲੇ ਨੂੰ ਲੈ ਚੱਲਦੇ ਹਾਂ। ਭਾਵ ਇਹ ਹੋ ਗਿਆ ਸਾਡੇ ਕੋਲ ਇਹਦਾ 10ਵਾਂ ਖਾਨਾ। ਠੀਕ ਹੈ ਜੀ। ਜੇਕਰ ਤੁਸੀਂ ਇਹਨੂੰ ਧਿਆਨ ਨਾਲ ਸਮਝੋ, ਦੇਖੋ 1 2 3 4 5 6 7 8 9 10 1 2 3 4 5 6 7 8 9 10 ਕੀ ਹੈ, ਮੈਂ ਇੱਕ ਨੂੰ ਇਹ ਡੱਬਾ ਜਿਹੜਾ ਹੈ ਇਹ ਪੂਰਾ ਇੱਕ ਦਾ ਸੰਕੇਤਿਕ ਰੂਪ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇੱਕ ਦੇ ਜਦੋਂ 100 ਹਿੱਸੇ ਕੀਤੇ ਜਾਣਗੇ ਤਾਂ ਇਸ ਡੱਬੇ ਨੂੰ ਜਿਹੜਾ ਹੈਗਾ ਆ, ਮੈਂ ਡੱਬੇ ਦੇ ਵਿੱਚ ਇਹਦੇ 100 ਹਿੱਸੇ ਜਿਹੜੇ ਹੈਗੇ ਉਹ ਕਰ ਦਿੱਤੇ ਨੇ, ਤੇ ਇਹਦਾ ਕੱਲਾ ਹਿੱਸਾ ਜਿਹੜਾ ਹੈਗਾ ਜੇ ਆਪਾਂ ਗਿਣਤੀ ਕਰੀਏ ਤਾਂ ਇਹ ਬਣੇਗਾ ਜੀ 0.01 0.02 0.03 ਐਂਡ ਸੋ ਔਨ। ਇਹਨੂੰ ਕਰਦੇ ਤੁਸੀਂ ਇੱਥੇ ਤੱਕ ਜਾਓਗੇ ਤਾਂ ਲਾਸਟ ਦੇ ਵਿੱਚ 0.00 ਜਿਹੜਾ ਹੈਗਾ ਆ ਉਹ ਆਏਗਾ। ਇਹਦਾ ਵਿੱਚ ਕੁੱਲ ਕਿੰਨੇ ਖਾਨੇ ਨੇ, ਇਹਦੇ ਵਿੱਚ ਕੁੱਲ 100 ਖਾਨੇ ਜਿਹੜੇ ਹੈਗੇ ਉਹ ਦਿੱਤੇ ਹੋਏ ਨੇ ਇਸ ਪੂਰੇ ਇਹਦੇ ਵਿੱਚ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਕੋਲ, ਅਸੀਂ ਇਹਨਾਂ ਨੂੰ ਮਿਟੇ ਦਿੰਦੇ ਹਾਂ ਜਰਾ ਥੋੜਾ ਜਿਹਾ। ਠੀਕ ਹੈ। ਸੋ ਸਾਡੇ ਕੋਲ ਜੋ ਚੀਜ਼ ਦਿੱਤੀ ਹੋਈ ਹੈ ਇਹ ਵੀ ਸਾਰੇ 0.1 ਮਤਲਬ ਇਹ ਸਾਰੇ 0.01 ਇਹਨਾਂ ਨੂੰ ਹੀ ਦਰਸਾਉਂਦੇ ਨੇ। ਠੀਕ ਹੈ। ਹੁਣ ਮੈਂ ਕੀ ਕੀਤਾ, 1/10 ਦਾ 1/10 ਪਹਿਲਾਂ ਮੈਂ ਕੀ ਕੀਤਾ, ਜਿਹੜਾ ਇਹ ਪੂਰਾ ਇੱਕ ਸੀ ਨਾ ਉਹਦੇ 10 ਹਿੱਸੇ ਵੱਖਰੇ ਕਰ ਲਏ। ਜੇਕਰ ਮੈਂ ਹਲਕਾ ਇਹਨੂੰ ਸ਼ੇਡ ਕਰ ਦਵਾਂ, ਇਹ ਆ ਜਿਹੜੇ ਹੈਗੇ ਇਹਦੇ 10 ਹਿੱਸੇ, ਆ ਦੇਖੋ 1/10 ਦਾ ਮਤਲਬ ਇਹ ਹੁੰਦਾ ਕਿ ਇਸ ਇੱਕ ਦੇ ਜਿਹੜੇ ਆਪਾਂ ਬਰਾਬਰ ਦੇ 10 ਹਿੱਸੇ ਕਰਦੇ। ਦੇਖੋ ਪਹਿਲਾ ਹਿੱਸਾ, ਦੂਜਾ ਹਿੱਸਾ, ਤੀਜਾ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ ਤੇ 10ਵਾਂ। ਇਹ ਜਿਹੜੇ ਬਰਾਬਰ ਦੇ 10 ਹਿੱਸੇ ਕੀਤੇ ਆ, ਇਹਦੇ ਵਿੱਚ ਪਹਿਲਾ ਹਿੱਸਾ ਚੱਕ ਲਿਆ ਮੈਂ, ਇਹ ਪਹਿਲਾ ਹਿੱਸਾ ਇੱਧਰ ਰੱਖ ਦਿੱਤਾ। ਹੁਣ ਇਹਦੇ ਵਿੱਚ ਮੇਰੇ ਕੋਲ ਆਇਆ 1/10 ਦਾ 1/10
यानी कि हुण सवाल ये हो गया 1/10 ਤਾਂ मैं कढ लिया हुण इस 1/10 ਦਾ 1/10 ਜਿਹੜਾ ਇੱਕ ਖਾਨਾ ਆ ਇਹਦੇ ਫਿਰ मैं 10 ਖਾਨੇ कर ਦਿੱਤੇ ਇਹ ਆਇਆ ਜੀ 1 2 3 4 5 6 7 8 9 ਤੇ 10 इधरले पासे भी 10 खाने कर दिते गए हैं ठीक है जी हुण इन्हां 10 खानियां दा पहला हिस्सा किहड़ा बनया वो बनया जी आवला ठीक है जी ये पहला खाना जिहड़ा हैगा आ वो मेरे कोल की आ गया 1/10 ਦਾ 1/10 ਜਿਹੜਾ ਹੈਗਾ ਇਹ ਪੂਰੇ ਡੱਬੇ ਦੇ ਵਿੱਚੋਂ ਮੇਰੇ ਕੋਲ ਪਹਿਲਾ ਖਾਨਾ ਜਿਹੜਾ ਅੰਕਿਤ ਹੁੰਦਾ ਤੇ ਪਹਿਲਾ ਖਾਨਾ ਕਿਹਦੇ ਬਰਾਬਰ ਹੈ ਵਿਦਿਆਰਥੀਓ 0.01 क्योंकि हरेक खाना ਜਿਹੜਾ ਹੈਗਾ 0.01 ਦੇ ਨਾਲ ਹੈ ਇਹਦਾ ਮਤਲਬ ਇਹ ਹੋਇਆ कि 0.01 गुणा 0.01 बराबर किहदा आ गया 0.01 दशमलव 1 गुणा 0.1 बराबर 0.01 ਇਹਦੇ ਬਰਾਬਰ ਜਿਹੜਾ ਹੈਗਾ ਇਹ ਆਉਂਦਾ ਹੈ ਇਸ ਚੀਜ਼ ਨੂੰ ਜਿਹੜਾ ਹੈਗਾ ਅਸੀਂ ਇਸ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਮੈਂ ਫਿਰ ਇੱਕ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ 0.1 ਗੁਣਾ 0.1 ਦਾ ਮਤਲਬ ਹੈ 1/10 ਗੁਣਾ 1/10 1/10 ਗੁਣਾ 1/10 ਦਾ ਮਤਲਬ ਹੈ 1/10 ਦਾ 1/10 ठीक है जी तो मैं की कीता ये पूरा ਜਿਹੜਾ 1 है उस 1 ਦੇ ਮੈਂ ਬਰਾਬਰ ਦੇ ਜਿਹੜੇ ਹੈਗੇ ਨੇ ਉਹ 10 मतलब 10 ਖਾਨੇ ਬਣਾ ਲਏ ਇਧਰਲੇ ਪਾਸੇ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ 10ਵਾਂ ਜਿਹੜੇ 10 ਖਾਨੇ ਬਣਾਏ ਹਨ ਮੈਂ ਇਸ 10 ਖਾਨੇ ਦਾ ਪਹਿਲਾ ਹਿੱਸਾ ਖਤਮ ਹੋ ਗਿਆ ਦਾ 1/10 ਹੁਣ ਜਿਹੜਾ ਪਹਿਲਾ ਖਾਨਾ ਸੀ 1/10 ਸੀ ਜਿਹੜਾ ਇਹ ਪਹਿਲਾ ਖਾਨਾ ਆ ਜਿਹੜਾ ਇਹ ਪਹਿਲਾ ਖਾਨਾ ਆਇਆ ਆਪਣੇ ਕੋਲ ਇਹ ਕਿਹਨੂੰ ਸੂਚਿਤ ਕਰਦਾ ਹੈ 1/10 ਨੂੰ ਇਹ 1/10 ਨੂੰ ਸੂਚਿਤ ਕਰਦਾ ਹੁਣ ਇਸ 1/10 ਦਾ 1/10 ਕੱਢਣਾ ਹੈ ਇਸ ਖਾਨੇ ਦੇ ਬਰਾਬਰ ਦੇ 10 ਹਿੱਸੇ ਕਰ ਲੈ 1 2 3 4 5 6 7 8 9 10 ਠੀਕ ਹੈ ਜੀ ਤੇ ਉਹਦਾ 1/10 ਇਹਨਾਂ 10 ਦਾ ਪਹਿਲਾ ਹਿੱਸਾ ਕਿਹੜਾ ਆ ਵਾਲਾ ਠੀਕ ਹੈ ਜੀ ਤੇ ਜਦੋਂ ਇਹ ਮੈਂ ਖਾਨੇ ਬਣਾਏ ਸੀਗੇ ਮੈਂ ਕੀ ਕਿਹਾ ਸੀਗਾ ਇਹ ਪੂਰਾ ਡੱਬਾ ਇੱਕ ਨੂੰ ਰਿਪਰੈਜ਼ੈਂਟ ਕਰ ਰਿਹਾ ਆ ਇੱਕ ਨੂੰ ਦਰਸਾ ਰਿਹਾ ਆ ਇਸ ਦੇ ਮੈਂ 100 ਹਿੱਸੇ ਕੀਤੇ ਸੀ ਇਸ ਕਰਕੇ ਪਹਿਲਾ ਹਿੱਸਾ ਜਿਹੜਾ ਹੈਗਾ ਉਹ 0.1 ਦੇ ਹਰੇਕ ਹਿੱਸਾ 0.1 ਦੇ ਬਰਾਬਰ ਹੈ ਇਹਦਾ ਮਤਲਬ ਇਹਦਾ ਜੇ ਇਹ ਪੂਰਾ 1/10 ਦਾ 1/10 ਜਿਹੜਾ ਹੈਗਾ ਉਹ ਇੱਕ ਡੱਬਾ ਆ ਰਿਹਾ ਹੈ ਤਾਂ ਇਹਦਾ ਮਤਲਬ ਹੈ ਉਹ ਆ ਰਿਹਾ ਹੈ 0.01 ਆ ਜਿਹੜਾ ਹੈਗਾ ਇਹਦਾ ਉੱਤਰ ਆ ਗਿਆ ਠੀਕ ਹੈ ਚਲੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਸਮਝ ਲੱਗੀ ਹੋਵੇਗੀ ਪਰ ਜੇ ਨਹੀਂ ਵੀ ਲੱਗੀ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ ਮੈਂ ਵੀ ਇੱਕ ਹੋਰ ਉਦਾਹਰਨ ਜਿਹੜੀ ਹੈਗੀ ਆ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਤਾਂ ਜੋ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਆਪਾਂ ਕੀ ਕਰਦੇ ਹਾਂ ਇਹਨੂੰ ਵਿਚਕਾਰੋਂ ਇਰੇਜ਼ ਕਰ ਦਿੰਦੇ ਥੋੜਾ ਜਿਹਾ ਤਾਂ ਕਿ ਇਹਨੂੰ ਦੁਬਾਰਾ ਚੰਗੀ ਤਰ੍ਹਾਂ ਸਮਝ ਸਕੀਏ ਮੈਨੂੰ ਹੁਣ ਕਿਹਾ ਗਿਆ ਕਿ 0.2 ਗੁਣਾ 0.3 ਇਹ ਕਰਕੇ ਦਿਖਾਓ ਜੀ ਠੀਕ ਹੈ ਜੀ ਤਾਂ ਸਵਾਲ ਫਿਰ ਉਹੀ ਹੈ ਜੀ ਮੇਰੇ ਕੋਲ 0.2 ਦਾ ਮਤਲਬ ਹੋਇਆ 2/10 ਦਾ 3/10 ਦੇਖੋ ਇਹੀ ਮਤਲਬ ਬਣਿਆ ਨਾ 0.2 ਦਾ ਮਤਲਬ ਬਟਾ 10 ਪੁਆਇੰਟ ਤੋਂ ਬਾਅਦ ਇੱਕ ਅਕਸ਼ਰ ਦਾ ਮਤਲਬ ਬਟਾ 10 ਸਭ ਤੋਂ ਪਹਿਲਾਂ ਮੈਂ ਕੀ ਕਰਦਾ 2 ਬਟਾ ਇਹਨੂੰ ਛੱਡ ਦੋ ਹਲੇ ਅਸੀਂ 2/10 ਇਹ ਜਿਹੜਾ ਪੂਰਾ ਇੱਕ ਰਕਮ ਸੀ ਇਹਦੇ ਮੈਂ 1/10 ਦੇ ਇਹ 2 ਗੁਣਾ 1/10 ਹੋ ਗਿਆ ਨਾ ਇਹਦਾ ਮਤਲਬ 1/10 1/10 ਜਿਹੜੇ ਹੈਗੇ ਮੈਂ 2 ਚੱਕ ਲਏ ਠੀਕ ਹੈ ਜੀ ਆ ਲਓ ਇਹ ਕਾ ਹੋ ਗਿਆ ਜੀ ਇਹ ਕਾ ਹੋ ਗਿਆ ਠੀਕ ਹੈ ਜੀ ਧਿਆਨ ਨਾਲ ਦੇਖੋ ਇਹ 2/10 ਆ ਗਿਆ ਠੀਕ ਹੈ 1/10 ਆ ਸੀ 1/10 ਆ ਸੀ ਇਹਦਾ ਮਤਲਬ ਇਹ ਦੋਨੋਂ ਮਿਲਾ ਕੇ ਕੀ ਬਣ ਗਏ 2/10 ਇੰਨਾ ਕੰਮ ਖਤਮ ਹੋ ਗਿਆ ਮੇਰਾ ਹੁਣ ਕਹਿੰਦਾ ਦਾ 3/10 ਜਿਹੜਾ ਇਹ 2/10 ਹੈ ਠੀਕ ਹੈ ਇਹ 2/10 ਹੈ ਇਹਦੇ ਬਰਾਬਰ ਦੇ ਕਿੰਨੇ ਹਿੱਸੇ ਕਰਨੇ ਨੇ 10 ਉਹ ਮੈਂ ਇਧਰਲੇ ਪਾਸੋਂ ਕਰ ਲਿਆ ਇਹ ਦੇਖੋ ਜੀ ਆ ਪਹਿਲਾ ਹਿੱਸਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ 10ਵਾਂ ਇਸ 2/10 ਦੇ ਮੈਂ ਬਰਾਬਰ ਦੇ 10 ਹਿੱਸੇ ਕਰ ਦਿੱਤੇ ਤੇ ਉਹਦੇ ਕਿੰਨੇ ਹਿੱਸੇ ਚੱਕਣੇ ਆ 3 ਹਿੱਸੇ ਚੱਕਣੇ ਆ ਪਹਿਲਾ ਹਿੱਸਾ ਦੂਜਾ ਹਿੱਸਾ ਤੇ ਤੀਜਾ ਹਿੱਸਾ ਠੀਕ ਹੈ ਵਿਦਿਆਰਥੀਓ ਹੁਣ ਇਹ ਕਿਹਦੇ ਬਰਾਬਰ ਆ ਰਹੇ ਨੇ ਦੇਖੋ ਪਹਿਲਾ ਹਿੱਸਾ ਕਿਹਦੇ ਬਰਾਬਰ ਹੈ 0.01 ਦੇ ਆ ਵੀ 0.01 ਦੇ ਇਹ ਵੀ 0.01 ਅਗਲਾ ਹਿੱਸਾ ਵੀ 0.01 ਇਹ ਵੀ 0.01 ਤੇ ਇਹ ਵੀ 0.01 ਜਿਹੜਾ ਹੈਗਾ ਆ ਰਿਹਾ ਹੈ ਇਹ ਕਿੰਨੇ ਨੇ ਕੁੱਲ 6 ਨੇ ਇਹ ਬਰਾਬਰ ਬਣ ਗਿਆ 0.06 ਇਸ ਦਾ ਅਰਥ ਇਹ ਹੋਇਆ ਕਿ 0.2 ਗੁਣਾ 0.3 ਜਿਹੜਾ ਹੈਗਾ ਆ ਉਹ 0.06 ਦੇ ਬਰਾਬਰ ਆਂਦਾ ਆ ਯਾਨੀ ਕਿ ਇਸ ਪੂਰਾ ਇੱਕ ਜਿਸ ਦੇ ਕਿ ਮੈਂ 100 ਹਿੱਸੇ ਕੀਤੇ ਹਨ ਉਹਦੇ 6 ਹਿੱਸਿਆਂ ਦੇ ਬਰਾਬਰ ਆਂਦਾ ਹੈ 1 2 3 4 5 6 ਜੇਕਰ 6 ਹਿੱਸਿਆਂ ਦੇ ਬਰਾਬਰ ਆਂਦਾ ਆ ਵਾਲਾ ਹਿੱਸਾ ਆਇਆ ਸੀ ਫਿਰ ਕੋਲ ਸਰ ਠੀਕ ਹੈ ਜੀ ਜਿਹੜਾ ਇਹ ਆ ਇੱਕ ਦੇ ਬਰਾਬਰ ਹੋਏਗਾ 0.06 ਦੇ ਮੈਂ ਉਮੀਦ ਕਰਦਾ ਹਾਂ ਕਿ ਬਈ ਤੁਸੀਂ ਇਸ ਚੀਜ਼ ਨੂੰ ਸਮਝਿਆ ਹੋਵੇਗਾ ਲੇਕਿਨ ਮੈਂ ਨਾਲ ਦੇ ਨਾਲ ਇਹ ਵੀ ਜਾਣਦਾ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਇਹ ਸਿਰਫ ਵਿਦਿਆਰਥੀਓ ਜਿਹੜੀ ਵੀ ਚੀਜ਼ ਅਸੀਂ ਜਿਓਮੈਟ੍ਰਿਕਲੀ ਜਾਂ ਛੋਟੀ ਰਕਮਾਂ ਦੇ ਵਿੱਚ ਅਪਲਾਈ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹਦਾ ਅਰਥ ਸਿਰਫ ਇਹੀ ਹੁੰਦਾ ਹੈ ਕਿ ਅਸੀਂ ਇਹਨੂੰ ਸਮਝ ਜਾਈਏ ਇਹਦਾ ਕਿਤੇ ਵੀ ਇਹ ਮਤਲਬ ਨਹੀਂ ਆ ਕਿ ਜਦੋਂ ਵੀ ਤੁਹਾਡੇ ਕੋਲ ਦਸ਼ਮਲਵ ਦੀ ਗੁਣਾ ਆਏਗੀ ਤਾਂ ਤੁਸੀਂ ਉਹ ਚੱਕ ਕੇ ਡੱਬਾ ਬਣਾਉਣਾ ਸ਼ੁਰੂ ਕਰ ਦੋਗੇ ਤੁਹਾਨੂੰ ਹੱਲ ਕਰਨਾ ਸ਼ੁਰੂ ਕਰ ਦੋਗੇ ਇਹ ਨਹੀਂ ਹੈ ਜੀ
ठीक है जी। सो इनू करन वास्ते जिहड़ा हैगा मैथमेटिकल ढंग वखरा है, लेकिन वो ढंग आया कित्थों है ये तुहानूं दस्सिया गया कि असल दे विच वो ढंग इधरों आया है। ठीक है जी। ये इदां दी चीज नहीं हैगी कि भाई मैथमेटिक्स कदी भी इदां दी स्टेटमेंट्स नहीं दिंदा जिहड़ियां हवा च उड़दियां होण। ठीक है जी। हरेक चीज दे जमीनी तत्थ हुंदे हन ते इस गुणा दा जमीनी तत्थ ये है। ते हुण आपां इहनूं मैथमेटिकली किवें करना है उस चीज दे बारे चर्चा करते हां। सो इस चीज नूं अगे ਵਧਾਉਂਦੇ ਹੋਏ ਅਸੀਂ ਕੁਝ ਇੱਕ ਪਹਿਲੋਂ ਅਸੀਂ ਕੁਝ ਇੱਕ ਸਿੰਪਲ ਗੁਣਾ ਦੇ ਸਵਾਲ ਕਰਦੇ ਹਾਂ, ਉਸ ਤੋਂ ਬਾਅਦ ਜਿਹੜਾ ਹੈਗਾ ਆ ਅਸੀਂ ਇਹਨਾਂ ਦੇ ਅਗਲੇ ਤੱਥਾਂ ਨੂੰ ਜਾਂਚਾਂਗੇ। ਸੋ ਇਹਦੇ ਅਗਲੇ ਸਵਾਲ ਕਰਨ ਦੇ ਲਈ ਅਸੀਂ ਸ਼ੁਰੂਆਤ ਕਰਦੇ ਹਾਂ ਇਸ ਦੇ ਪਹਿਲੇ ਸਵਾਲ ਤੋਂ। ਪਹਿਲਾ ਸਵਾਲ ਹੈ ਇਸ ਦਾ ਵਿਦਿਆਰਥੀਓ, ਸਾਡੇ ਕੋਲ ਫਸਟ ਸਮ ਹੈ ਇਸ ਦਾ 1.2 ਨੂੰ 2.5 ਦੇ ਨਾਲ ਗੁਣਾ ਕਰੋ। ਠੀਕ ਹੈ ਵਿਦਿਆਰਥੀਓ, 1.2 ਨੂੰ 2.5 ਦੇ ਨਾਲ ਗੁਣਾ ਕਰਨੀ ਹੈ ਤਾਂ ਇਹਦੇ ਵਿੱਚ ਕੀ ਕੀਤਾ ਜਾਏ। ਇਹਦੇ ਵਿੱਚ ਕਰਨ ਦਾ ਢੰਗ ਇਹ ਹੁੰਦਾ ਕਿ ਤੁਸੀਂ ਦਸ਼ਮਲਵ ਨੂੰ ਥੋੜੀ ਦੇਰ ਲਈ ਛੱਡ ਦਿਓ। ਠੀਕ ਹੈ ਜੀ। ਤੁਸੀਂ 12 ਨੂੰ ਗੁਣਾ ਕਰੋ 25 ਦੇ ਨਾਲ। ਠੀਕ ਹੈ ਜੀ। 12 ਨੂੰ 25 ਦੇ ਨਾਲ ਗੁਣਾ ਕਰੋਗੇ, ਤੁਹਾਡਾ ਆਪਣਾ ਢੰਗ ਹੈ, ਤੁਸੀਂ ਜਿਸ ਮਰਜ਼ੀ ਤਰੀਕੇ ਨਾਲ ਗੁਣਾ ਕਰ ਸਕਦੇ ਹੋ। ਚਾਹੇ ਤੁਸੀਂ ਜਿਹੜੀ ਸਿੰਪਲ ਗੁਣਾ ਦੀ ਪद्धति ਹੈਗੀ ਆ ਤੁਸੀਂ ਇਸ ਢੰਗ ਨਾਲ ਗੁਣਾ ਕਰ ਲਓ। 5 ਦੂਣੀ 10, 2 ਦੂਣੀ 4 ਤੇ 1 5, 0 5 ਏਕਮ 5 ਤੇ 2 ਏਕਮ 2। ਇਹ ਤੁਹਾਡੇ ਕੋਲ ਆ ਜਾਏਗਾ 0 5 से 5 10 3। ਇਹ ਚਾਹੇ ਤਾਂ ਤੁਸੀਂ ਇਹਨੂੰ ਇਦਾਂ ਗੁਣਾ ਕਰ ਲਓ, ਚਾਹੇ ਤੁਸੀਂ ਇਹਨੂੰ ਡਾਇਰੈਕਟ ਗੁਣਾ ਕਰਨਾ ਚਾਹੁੰਦੇ ਹੋ 12 5 60 0 6 ਹਾਸਲ 12 ਦੂਣੀ 24 ਤੇ 6 30 ਡਾਇਰੈਕਟ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਵੀ ਕਰ ਸਕਦੇ ਹੋ, ਇਹ ਤੁਹਾਡੀ ਮਰਜ਼ੀ ਆ। ਅਸੀਂ ਇਹਨੂੰ ਕੀ ਕੀਤਾ ਇੱਥੇ ਲਿਖ ਦਿੱਤਾ, ਇਹ ਆ ਗਿਆ 300। ਉਸ ਤੋਂ ਬਾਅਦ ਮੇਰਾ ਕੀ ਕੰਮ ਹੈ, ਮੈਂ ਇਹ ਦੇਖਾਂਗਾ ਦਸ਼ਮਲਵ ਤੋਂ ਬਾਅਦ ਕਿੰਨੇ ਅੰਕ ਹਨ। ਇੱਥੇ ਦਸ਼ਮਲਵ ਤੋਂ ਬਾਅਦ 1 ਅੰਕ ਹੈ, ਇੱਥੇ ਵੀ ਦਸ਼ਮਲਵ ਤੋਂ ਬਾਅਦ 1 ਅੰਕ ਹੈ। ਇਸ ਦਾ ਮਤਲਬ ਮੇਰੇ ਕੋਲ 2 ਅੰਕ ਹਨ ਦਸ਼ਮਲਵ ਤੋਂ ਬਾਅਦ। ਠੀਕ ਹੈ ਜੀ। ਜੇ ਮੇਰੇ ਕੋਲ 2 ਅੰਕ ਹਨ ਤਾਂ ਮੈਂ ਜਿਹੜਾ ਦਸ਼ਮਲਵ ਇੱਥੇ ਲੱਗਿਆ ਹੋਇਆ ਹੈ ਨਾ, ਦੇਖੋ ਕੋਈ ਵੀ ਰਕਮ ਸਿੱਧੀ ਲਿਖਦੇ ਆ ਤਾਂ ਉਹਦਾ ਮਤਲਬ ਹੁੰਦਾ ਦਸ਼ਮਲਵ 0 ਲਾਸਟ ਦੇ ਵਿੱਚ। ਤਾਂ ਇਸ ਦਸ਼ਮਲਵ ਨੂੰ ਮੈਂ 2 ਅੰਕ ਅੱਗੇ ਲੈ ਕੇ ਜਾਵਾਂਗਾ। ਦੇਖੋ 1 ਦਸ਼ਮਲਵ 1 ਅੰਕ ਇੱਧਰ ਸੀ, 1 ਅੰਕ ਇੱਧਰ ਸੀ, ਇਹਦਾ ਮਤਲਬ 2 ਅੰਕ ਹੋ ਗਏ ਕੁੱਲ। ਇਹ ਦਸ਼ਮਲਵ ਨੂੰ 2 ਅੰਕ 1 2, ਇਹਦਾ ਮਤਲਬ ਇਹ ਦਸ਼ਮਲਵ ਜਿਹੜਾ ਹੈਗਾ ਉਹ ਇੱਥੇ ਆਏਗਾ। ਇਹਦਾ ਮਤਲਬ ਆ ਨਹੀਂ, ਮੇਰਾ ਉੱਤਰ 3.00 ਜਿਹੜਾ ਹੈਗਾ ਆ ਉਹ ਮੇਰਾ ਉੱਤਰ ਹੋਏਗਾ। ਠੀਕ ਹੈ ਜੀ। ਇਸ ਚੀਜ਼ ਨੂੰ ਧਿਆਨ ਨਾਲ ਸਮਝਿਓ ਕਿ ਮੈਂ ਕਿਉਂ ਇਹਨੂੰ 2 ਦਸ਼ਮਲਵ ਇੱਧਰ ਲੈ ਕੇ ਗਿਆ। 2 ਦਸ਼ਮਲਵ ਇਸ ਕਰਕੇ ਇੱਧਰ ਦਸ਼ਮਲਵ ਤੋਂ ਬਾਅਦ 1 ਅੰਕ, ਇੱਧਰ ਵੀ ਦਸ਼ਮਲਵ ਤੋਂ ਬਾਅਦ 1 ਅੰਕ, ਕੁੱਲ 2 ਅੰਕ ਹੋ ਗਏ। ਤੇ ਜਦੋਂ ਮੈਂ ਇਹਨੂੰ ਡਾਇਰੈਕਟ ਗੁਣਾ ਕੀਤਾ ਸੀ 300, ਤੇ 300 ਦਾ ਅਰਥ ਹੁੰਦਾ 300.0। ਠੀਕ ਹੈ ਜੀ। ਕਿਸੇ ਵੀ ਦੇਖੋ ਦੁਨੀਆ ਦੇ ਵਿੱਚ ਕੋਈ ਵੀ ਇਦਾਂ ਦਾ ਨੰਬਰ ਨਹੀਂ ਹੈਗਾ ਜਿਹੜਾ ਸਿੱਧੇ ਤੌਰ ਤੇ ਉੱਤੇ ਲਿਖਿਆ ਜਾ ਸਕੇ ਤੇ ਉਹ ਦਸ਼ਮਲਵ ਵਾਲਾ ਨਾ ਹੋਵੇ। ਕਿਉਂ? ਕਿਉਂਕਿ ਮੰਨ ਲਓ ਤੁਸੀਂ ਲਿਖਿਆ 24 ਤੇ 24 ਦਾ ਅਰਥ ਹੁੰਦਾ 24.0। ਠੀਕ ਹੈ ਜੀ। ਤਾਂ ਦਸ਼ਮਲਵ ਤਾਂ ਹੈ ਉਹ ਲਾਸਟ ਦੇ ਵਿੱਚ ਹੋਏਗਾ। ਤਾਂ ਲਾਸਟ ਦੇ ਵਿੱਚ ਜਿਹੜਾ ਦਸ਼ਮਲਵ ਹੈ ਉਹਨੂੰ ਚੱਕ ਕੇ ਮੈਂ ਕਿੰਨੇ ਅੰਕ ਅੱਗੇ ਲੈ ਕੇ ਜਾਣਾ ਹੈ, ਸੱਜੇ ਤੋਂ ਖੱਬੇ ਵੱਲ ਨੂੰ ਲੈ ਕੇ ਜਾਣਾ ਹੈ 2 ਅੰਕ। ਕਿਉਂ? ਕਿਉਂਕਿ ਇੱਥੇ 2 ਅੰਕ ਸੀਗੇ। ਇਹ ਮੈਂ ਦਸ਼ਮਲਵ ਚੱਕਿਆ ਪਹਿਲਾ ਅੰਕ, ਦੂਜਾ ਅੰਕ, ਇਹ ਆ ਗਿਆ 3.00 ਜਿਹੜਾ ਹੈਗਾ, ਜਾਂ ਫਿਰ ਇਦਾਂ ਕਹਿ ਦੋ 3 ਜਿਹੜਾ ਹੈਗਾ ਉਹ ਮੇਰਾ ਉੱਤਰ ਆ ਗਿਆ। ਚਲੋ मैं उम्मीद करता विद्यार्थियों तुसी इस चीज ਨੂੰ ਥੋੜਾ ਸਮਝਿਆ ਹੋਵੇਗਾ। आओ ਹੁਣ ਇਸ ਦੇ ਨਾਲ ਦਾ ਇੱਕ ਸਵਾਲ ਕਰੀਏ, ਸਟੇਟਮੈਂਟ ਵਾਲਾ ਸਵਾਲ ਕਰਦੇ ਹਾਂ ਤੇ ਫਿਰ ਆਪਾਂ ਚੱਲਾਂਗੇ ਇਸ ਤੋਂ ਅੱਗੇ। ਨੈਕਸਟ ਹੈ ਸਾਡੇ ਕੋਲ ਸੈਕਿੰਡ ਸਮ। ਸੈਕਿੰਡ ਸਮ ਦੇ ਵਿੱਚ ਵਿਦਿਆਰਥੀਓ ਇੱਕ ਸਮਭੁਜੀ ਤ੍ਰਿਭੁਜ, ਇੱਕ ਸਮਭੁਜੀ ਤ੍ਰਿਭੁਜ ਦੀ ਇੱਕ ਭੁਜਾ 3.5 सेंटीमीटर है। इस दा परिमाप पता करो। इस दा परिमाप पता करना विद्यार्थियों किवें पता करना है, ਅਸੀਂ ਇਹਨੂੰ ਬੜਾ ਸਮਝਣਾ ਪੈਣਾ ਸਾਨੂੰ। ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਇੱਕ ਚੀਜ਼ ਦੀ ਗੱਲ ਕਰਦਾ, ਸਮਭੁਜੀ ਤ੍ਰਿਭੁਜ ਹੈ ਆ। ਠੀਕ ਹੈ ਜੀ। ਪਹਿਲਾਂ ਤਾਂ ਅਸੀਂ ਫਾਰਮੂਲਾ ਬਣਾਉਂਦੇ ਆ। ਮੰਨ ਲਓ ਇਹਦੀ ਭੁਜਾ ਵੀ ਇਹ ਹੈ, ਇਹ ਵੀ ਇਹ ਹੈ, ਇਹ ਵੀ ਇਹ ਹੈ। ਠੀਕ ਹੈ ਜੀ। ਇਹਦਾ ਪਰਿਮਾਪ ਦਾ ਮਤਲਬ ਕਿੰਨਾ, ਤਿੰਨਾਂ ਭੁਜਾਵਾਂ ਦਾ ਜੋੜ। ਇਹ ਕਰ ਲਿਆ ਤੁਸੀਂ ਜੀ a ਜਮਾ a ਜਮਾ a, a ਨੂੰ 3 ਵਾਰੀ ਜੋੜ ਕੀਤਾ, ਇਹ ਆ ਗਿਆ 3a। ਯਾਨੀ ਕਿ ਤੁਸੀਂ ਇਹ ਕਹਿ ਸਕਦੇ 3 ਗੁਣਾ ਜਿਹੜੀ ਭੁਜਾ, 3 ਗੁਣਾ ਭੁਜਾ ਜਿਹੜਾ ਹੈਗਾ ਇਹਦਾ ਉੱਤਰ ਆ ਰਿਹਾ ਹੈਗਾ ਆ। ਹੁਣ ਇਹਦੇ ਵਿੱਚ ਜਿਹੜਾ ਪਰਿਮਾਪ ਹੈ ਉਹ ਪੁੱਛਿਆ ਹੋਇਆ, ਉਹਦਾ ਫਾਰਮੂਲਾ ਮੈਂ ਕੱਢ ਲਿਆ, ਉਹ ਆਉਂਦਾ 3 ਗੁਣਾ ਭੁਜਾ। ਭੁਜਾ ਦਿੱਤੀ ਹੋਈ ਆ ਜੀ, ਕਿੰਨੀ ਦਿੱਤੀ ਹੈ ਵਿਦਿਆਰਥੀਓ 3.5। ਭੁਜਾ ਸਾਡੇ ਕੋਲ ਦਿੱਤੀ ਹੈ 3.5। ਇਹਦਾ ਮਤਲਬ ਇਹ ਬਣ ਗਿਆ 3 ਗੁਣਾ 3.5। ਇਹ ਬਣੇਗਾ ਜੀ 5 ਤੀਏ 15 ਹਾਸਲ ਗਿਆ, 1 3 ਤੀਏ 9 ਤੇ 1 10। ਹੁਣ ਇਹ ਤਾਂ ਮੈਂ ਕਰ ਦਿੱਤਾ 3 ਨੂੰ 35 ਦੇ ਨਾਲ ਗੁਣਾ। 3 ਨੂੰ ਕਿਹਦੇ ਨਾਲ ਗੁਣਾ ਕੀਤਾ 35 ਦੇ ਨਾਲ। ਹੁਣ ਦਸ਼ਮਲਵ ਇੱਕ ਅੱਖਰ ਹੈ, ਇਹਦਾ ਮਤਲਬ ਜਿਹੜਾ ਦਸ਼ਮਲਵ ਇੱਥੇ ਆਣਾ ਸੀ ਉਹਨੇ ਜੰਪ ਕਰਕੇ ਕਿੱਥੇ ਜਾਣਾ ਜੀ ਇੱਧਰ। ਇਹਦਾ ਮਤਲਬ ਇਹਦਾ ਉੱਤਰ ਆਏਗਾ
10.5 ਜਿਹੜਾ ਹੈਗਾ ਆ ਇਹਦਾ ਉੱਤਰ ਆਏਗਾ, ਨਾ ਕਿ ਆ ਚੀਜ਼ ਇਹਦਾ ਉੱਤਰ ਆਏਗੀ। ਠੀਕ ਹੈ ਜੀ, ਆ ਚੀਜ਼ ਸਾਡੇ ਕੋਲ ਉੱਤਰ ਆ ਗਈ। ਇਹਨੂੰ ਬੜੇ ਧਿਆਨ ਨਾਲ ਸਮਝੋ। ਸਭ ਤੋਂ ਪਹਿਲੀ ਗੱਲ ਹੈ ਜੀ, ਤੁਸੀਂ 35 ਨੂੰ 3 ਦੇ ਨਾਲ ਗੁਣਾ ਕੀਤਾ, 35 ਨੂੰ 3 ਦੇ ਨਾਲ ਗੁਣਾ ਕੀਤਾ ਤਾਂ ਮੇਰੇ ਕੋਲ ਆਇਆ 105। ਲੇਕਿਨ ਕਿਉਂਕਿ ਦਸ਼ਮਲਵ ਤੋਂ ਬਾਅਦ ਇੱਕ ਅਕਸ਼ਰ ਸੀ, ਇਸ ਕਰਕੇ ਉਸ ਦਸ਼ਮਲਵ ਨੂੰ ਆਪਾਂ ਜਪ ਕਰਕੇ ਇੱਕ ਅਕਸ਼ਰ ਇੱਧਰ ਲੈ ਗਏ ਆ ਤੇ ਮੇਰੇ ਕੋਲ ਉੱਤਰ ਆ ਗਿਆ 10.50 ਸੈਂਟੀਮੀਟਰ ਜਿਹੜਾ ਹੈਗਾ ਆ ਉਹ ਉਹਦਾ ਕੀ ਆ ਗਿਆ, ਮੇਰੇ ਕੋਲ ਪਰਿਮਾਪ ਆ ਗਿਆ। ਸੋ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਚੀਜ਼ ਨੂੰ ਸਮਝਿਆ ਹੋਵੇਗਾ। ਆਓ ਵਿਦਿਆਰਥੀਓ ਕੁਝ ਇੱਕ ਹੋਰ ਸਵਾਲ ਦੇਖਦੇ ਹਾਂ ਜਿਹੜੇ ਕਿ ਇੱਕ ਖਾਸ ਤਰੀਕੇ ਦੀ ਗੁਣਾ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਆ ਉਹ ਜਾਂਚ ਕਰਵਾਉਂਦੇ ਨੇ, ਖਾਸ ਤਰ੍ਹਾਂ ਦੀ ਗੁਣਾ ਦੇ ਬਾਰੇ ਦੱਸਦੇ ਨੇ। ਉਹ ਗੁਣਾ ਕਿੱਦਾਂ ਦੀ ਹੈ? ਉਹ ਹੈ ਜੀ ਦਸ਼ਮਲਵਾਂ ਨੂੰ 10, 100 ਅਤੇ 1000 ਨਾਲ ਗੁਣਾ ਕਰਨਾ। ਹੁਣ ਦੇਖੋ ਮੇਰਾ ਕਿਤੇ ਵੀ ਕੱਲਾ ਮਤਲਬ 10, 100 ਤੇ 1000 ਹੀ ਨਹੀਂ ਆ, ਇਹ 10,000 ਵੀ ਹੋ ਸਕਦਾ, 1 ਲੱਖ ਵੀ ਹੋ ਸਕਦਾ, 10 ਲੱਖ ਵੀ ਹੋ ਸਕਦਾ। ਠੀਕ ਹੈ ਜੀ, ਲੇਕਿਨ ਆਪ ਜੀ ਨੂੰ ਸਮਝਾਉਣ ਦੇ ਲਈ ਮੈਂ ਸਿਰਫ ਇਹਨੂੰ 10, 100 ਤੇ 1000 ਦੇ ਨਾਲ ਜਿਹੜਾ ਹੈਗਾ ਆ ਦਸ਼ਮਲਵਾਂ ਵਾਲੀ ਰਕਮ ਨੂੰ ਗੁਣਾ ਕਰਕੇ ਦਰਸਾਉਣਾ ਚਾਹੁੰਦਾ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਵਿਦਿਆਰਥੀਓ ਮੇਰੇ ਕੋਲ ਹੈ 1.76। ਇਹ ਪਹਿਲਾ ਪਾਰਟ ਹੈ ਇਹਦਾ, ਇਹਨੂੰ ਮੈਂ ਗੁਣਾ ਕਰ ਰਿਹਾ ਜੀ 10 ਦੇ ਨਾਲ। ਠੀਕ ਹੈ, ਤੁਸੀਂ ਤਾਂ ਇਹਦੇ ਨਾਲ 5 ਵੀ ਲਿਖ ਲਓ। 1.765 ਨੂੰ ਮੈਂ ਕਿਹਦੇ ਨਾਲ ਗੁਣਾ ਕਰ ਰਿਹਾ? 10 ਦੇ ਨਾਲ। 10 ਦੇ ਨਾਲ ਗੁਣਾ ਕਰਨ ਦਾ ਤਰੀਕਾ ਕੀ ਹੈ ਜੀ? ਜਿੱਥੇ ਦਸ਼ਮਲਵ ਤੋਂ ਬਾਅਦ ਕਿੰਨੇ ਡਿਜਿਟ ਨੇ? 1 2 3। ਦਸ਼ਮਲਵ ਤੋਂ ਬਾਅਦ ਸਾਡੇ ਕੋਲ ਕਿੰਨੇ ਡਿਜਿਟ ਨੇ ਜੀ? 3 ਡਿਜਿਟ ਨੇ। ਇਹਦਾ ਮਤਲਬ ਇਹਦੇ ਡਿਵਾਈਡਡ ਬਾਈ ਕਿੰਨਾ ਆਏ ਨਾ, ਇਹਨੂੰ ਭਾਗ ਕਰ ਦੋ 1000 ਦੇ ਨਾਲ। ਗੁਣਾ ਕਿੰਨਾ ਹੈ ਜੀ? 10। ਸਿਫਰ ਨਾਲ ਸਿਫਰ ਕੱਟਿਆ ਗਿਆ, ਇਹ ਸਾਡੇ ਕੋਲ ਆ ਗਿਆ 7। ਮੈਂ ਫਿਰ ਵਰਡ ਕਹਿ ਰਿਹਾ, ਕੱਟਿਆ ਗਿਆ ਨਹੀਂ ਹੁੰਦਾ, ਇਹ ਅਸੀਂ ਜਦੋਂ ਜਲਦਬਾਜ਼ੀ 'ਚ ਕੈਲਕੂਲੇਸ਼ਨ ਕਰਦੇ ਹਾਂ ਉਦੋਂ ਕਹਿ ਦਿੰਦੇ ਕਿ ਸਿਫਰ ਦੇ ਨਾਲ ਸਿਫਰ ਕੱਟਿਆ ਗਿਆ। ਅਸਲ ਦੇ ਵਿੱਚ ਇਹਨੂੰ 10 ਦੇ ਨਾਲ ਜਿਹੜਾ ਹੈਗਾ ਆ ਉੱਪਰ ਥੱਲੇ ਭਾਗ ਕੀਤਾ ਗਿਆ। ਇਹਨੂੰ ਵੀ 10 ਨਾਲ ਭਾਗ ਕਰਤਾ, ਇਹਨੂੰ ਵੀ 10 ਨਾਲ ਭਾਗ ਕਰਤਾ, ਤੇ ਉਹ ਸਾਡੇ ਕੋਲ ਕੀ ਰਹਿ ਗਿਆ ਜੀ? ਉਹ ਸਾਡੇ ਕੋਲ ਰਹਿ ਗਿਆ 1765/100 ਰਹਿ ਗਿਆ, ਕਿਉਂਕਿ ਆ 10 ਇਸ 10 ਨਾਲ ਭਾਗ ਹੋ ਗਿਆ। ਠੀਕ ਹੈ, ਹੁਣ 100 ਰਹਿ ਗਿਆ। ਕਿੰਨੇ ਅੰਕ ਨੇ? 1 2 1 2। ਇਹਦਾ ਮਤਲਬ ਇਹਨੂੰ ਆਪਾਂ 17.65 ਜਿਹੜਾ ਹੈਗਾ ਆ ਉਹ ਇਹਦਾ ਉੱਤਰ ਲਿਖ ਦਿੱਤਾ। ਕਿੰਨਾ ਆ ਗਿਆ ਜੀ? 1.765 ਨੂੰ ਜਦੋਂ ਮੈਂ ਗੁਣਾ ਕੀਤਾ 7 ਦੇ ਨਾਲ, ਇਹ ਮੇਰੇ ਕੋਲ ਬਣ ਗਿਆ 17.65। ਹੁਣ ਦੂਸਰੇ ਸਵਾਲ ਦੇ ਵਿੱਚ ਮੈਂ ਕੀ ਕਰਦਾ? 1.765 ਨੂੰ ਗੁਣਾ ਕਰਾਂਗਾ 100 ਦੇ ਨਾਲ। 100 ਦੇ ਨਾਲ ਗੁਣਾ ਕਰਨ ਦਾ ਮਤਲਬ ਹੈ 1.765 1765 ਬਣਾਤਾ ਮੈਂ, ਤੇ ਸਿਫਰ ਦੇ ਦਸ਼ਮਲਵ ਦੇ ਵਿੱਚ ਕਿੰਨੀਆਂ ਜ਼ੀਰੋਆਂ? 1 2 3, ਯਾਨੀ ਕਿ 1 2 3, ਇੱਕ ਦੇ ਪਿੱਛੇ 3 ਜ਼ੀਰੋਆਂ ਗੁਣਾ 100। ਉੱਪਰ ਥੱਲੇ ਇਸ 100 ਦੇ ਨਾਲ ਜੇਕਰ ਭਾਗ ਕਰਾਂਗੇ ਅਸੀਂ ਤਾਂ ਸਾਡੇ ਕੋਲ ਆਏਗਾ 1765/10, ਕਿਉਂਕਿ ਦੋ ਜ਼ੀਰੋਆਂ ਕੱਟੀਆਂ ਗਈਆਂ ਕਹਿ ਲਓ, ਜਾਂ ਇਦਾਂ ਕਹਿ ਲਓ 100 ਦੇ ਨਾਲ ਭਾਗ ਹੋ ਗਿਆ। ਹੇਠਾਂ ਕਿੰਨਾ ਬਚ ਗਿਆ? ਕੱਲਾ 10। ਇਹ ਆ ਗਿਆ ਜੀ 17.5। ਕਿਉਂ? ਕਿਉਂਕਿ ਜੇ ਇੱਕ ਸਿਫਰ ਹੈ, ਇੱਕ ਤੋਂ ਬਾਅਦ ਮੈਂ ਦੇਖੋ ਇਹਦਾ ਕਿਤੇ ਵੀ ਮਤਲਬ ਨਹੀਂ ਆ ਕਿ ਤੁਹਾਨੂੰ 20 ਦਿੱਤਾ ਹੋਏਗਾ ਤੁਸੀਂ 2 ਛੱਡ ਕੇ ਇੱਕ ਦੇ ਵੱਲ ਲਗਾ ਲਓ, 30 ਦਿੱਤਾ ਹੋਏਗਾ ਤਾਂ 3 ਭੁੱਲ ਜਾਓ। ਇਹ ਨਹੀਂ, ਇਹ ਆਪਾਂ ਕਿਹਦੀ ਗੱਲ ਕਰ ਰਹੇ ਹਾਂ? 10, 100 ਤੇ 1000 ਦੀ। ਯਾਨੀ ਕਿ ਜਦੋਂ ਵੀ ਸਾਡੇ ਕੋਲ ਇੱਕ ਦੇ ਪਿੱਛੇ ਜ਼ੀਰੋਆਂ ਲੱਗੀਆਂ ਹੋਣਗੀਆਂ, ਚਾਹੇ 1 ਜ਼ੀਰੋ ਲੱਗੀ ਹੋਵੇ, ਚਾਹੇ 2, ਚਾਹੇ 3, ਚਾਹੇ 4, ਚਾਹੇ 5, ਉਹ ਹੋ ਗਿਆ ਵਿਦਿਆਰਥੀਓ ਸਾਡੇ ਕੋਲ ਆ ਚੀਜ਼ ਆ ਗਈ। ਠੀਕ ਹੈ, ਸੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਨੈਕਸਟ ਤੀਸਰੇ ਸਵਾਲ ਦੇ ਵਿੱਚ। ਤੀਸਰੇ ਸਵਾਲ ਦੇ ਵਿੱਚ ਹੈ 1.765 ਨੂੰ ਗੁਣਾ ਕੀਤਾ ਗਿਆ ਜੀ 1000 ਦੇ ਨਾਲ। ਠੀਕ ਹੈ, ਪਹਿਲਾਂ ਕਿੰਨਾ ਕੀਤਾ? 10 ਦੇ ਨਾਲ, ਫਿਰ ਕਿੰਨਾ ਕੀਤਾ? 100 ਦੇ ਨਾਲ, ਹੁਣ ਕਿੰਨਾ ਕਰ ਰਹੇ ਹਾਂ? 1000 ਦੇ ਨਾਲ। ਇਹ ਆ ਗਿਆ ਵਿਦਿਆਰਥੀਓ 765/1000। ਕਿਉਂ ਆਇਆ ਮੈਂ ਫਿਰ ਦੁਬਾਰਾ ਦੱਸ ਰਿਹਾ, ਦਸ਼ਮਲਵ ਤੋਂ ਬਾਅਦ 1 2 3, ਯਾਨੀ ਕਿ ਇੱਕ ਦੇ ਪਿੱਛੇ 3 ਜ਼ੀਰੋਆਂ ਪਾ ਦਿੱਤੀਆਂ, ਗੁਣਾ 1000 ਦੇ ਨਾਲ ਉੱਪਰ ਥੱਲੇ ਭਾਗ ਕਰਾਂਗੇ ਤਾਂ ਇਹ ਪੂਰੇ ਦੇ ਪੂਰੇ ਖਤਮ ਹੋ ਜਾਏਗਾ। ਇਹ ਤੁਹਾਡੇ ਕੋਲ ਆ ਜਾਏਗਾ 1765.0। ਮੈਂ ਦਸ਼ਮਲਵ ਸਿਫਰ ਇਸ ਕਰਕੇ ਲਿਖਾਇਆ ਕਿਉਂਕਿ ਕੋਈ ਵੀ ਰਕਮ ਜਿਹੜੀ ਹੈਗੀ ਉਹ ਕੱਲੀ ਨਹੀਂ ਹੁੰਦੀ, ਉਹ ਤੋਂ ਐਂਡ ਦੇ ਵਿੱਚ ਦਸ਼ਮਲਵ ਸਿਫਰ ਜ਼ਰੂਰ ਹੁੰਦਾ ਹੈ। ਠੀਕ ਹੈ ਜੀ, ਸੋ ਆ ਸਾਡੇ ਕੋਲ 3 ਹਿੱਸੇ ਜਿਹੜੇ ਹੈਗੇ ਆਏ। ਪਹਿਲਾ ਜਦੋਂ 10 ਨਾਲ ਭਾਗ 1, ਦੂਸਰੀ ਤੇ ਤੀਸਰੀ। ਠੀਕ ਹੈ ਜੀ, ਗੁਣਾ ਕਿਹਨੂੰ ਕੀਤਾ? ਆਪਾਂ ਇਹਨੂੰ ਕੀਤਾ ਵਾਰੀ ਪਹਿਲਾਂ 10 ਨਾਲ ਕੀਤਾ, ਫਿਰ 100 ਨਾਲ, ਤੇ ਫਿਰ 1000 ਦੇ ਨਾਲ। ਠੀਕ ਹੈ, ਹੁਣ ਇਸ ਚੀਜ਼ ਨੂੰ ਇਹਨਾਂ ਇੱਕੋ ਜਿਹੀ ਰਕਮ ਲੈ ਕੇ 10, 100 ਤੇ 1000 ਨਾਲ ਗੁਣਾ ਕਰਨ ਦਾ ਮੇਰਾ ਮਕਸਦ ਕੀ ਆ? ਮੈਂ ਦੱਸਣਾ ਕੀ ਚਾਹਨਾ ਹੈ? ਦੇਖੋ ਇਹ ਗੱਲ ਤਾਂ ਕਲੀਅਰ ਹੈ ਕਿ ਜੇ ਮੈਂ ਬਾਰ-ਬਾਰ ਇੱਕ ਹੀ ਰਕਮ ਲੈ ਰਿਹਾ ਆ, ਇਹਦਾ ਮਤਲਬ ਮੈਂ ਕੁਝ ਨਾ ਕੁਝ ਤਾਂ ਰਿਜ਼ਲਟ ਇਹਦਾ ਸਿੱਟਾ ਕੱਢਣਾ ਚਾਹਨਾ ਹੈ। ਸੋ ਇਸ ਚੀਜ਼ ਦੇ ਵਿੱਚੋਂ ਮੈਂ ਸਿੱਟਾ ਕੀ ਕੱਢਿਆ? ਜਦੋਂ ਮੈਂ ਇੱਕ ਰਕਮ ਯਾਨੀ ਕਿ 1 ਤੋਂ ਬਾਅਦ ਇੱਕ ਸਿਫਰ ਵਾਲੇ ਦੀ ਗੱਲ ਕਰ ਰਿਹਾ ਆ, ਤੇ ਉਦੋਂ ਦਸ਼ਮਲਵ ਜਿਹੜਾ ਹੈਗਾ ਆ ਉਹ ਖੱਬੇ ਤੋਂ ਸੱਜੇ ਵੱਲ
एक स्थान जिहड़ा हैगा वो मुड़ के यानी कि इत्थे आ जाता, इहदा उत्तर आ जाता 17.65 65। यानी कि जे मैं ये सारा काम झाम ये ना भी करा, ये सारी चीज ना भी करा, तो डायरैक्ट जिहड़ा हैगा दा आंसर की है, जो एक जीरो नाल गुणा करांगा एक दे पिछे तो दशमलव खब्बे तो सज्जे वाल नूं एक स्थान खिसक के इत्थे आ जाएगा, ये बन जाएगा जी 17.65 यानी कि 17.65 जिहड़ा हैगा दा उत्तर आ जाएगा। जदों मैं इस ही रकम नूं दो सिफर वाले नाल यानी कि 100 दे नाल एक दे पिछे दो जीरोआं दे नाल गुणा करांगा तां ये दशमलव दा निशान जिहड़ा हैगा आ वो एक नहीं दो जगह छड्ड के वो इत्थे आ जाएगा ते साडा उत्तर बनेगा 176.5। देखो आ वाला दशमलव उठ के कित्थे आ गया इधर 6 तो बाद ये आ गया ਇਹਦਾ उत्तर। ਇਹਦਾ मतलब ਇਹ डायरेक्ट भी किया जा सकता ਸੀਗਾ ਇੰਨੀ ਚੀਜ਼ ਕਰਨ ਦੀ ਬਜਾਏ, ठीक है जी। इसी तरीके ਦੇ ਨਾਲ 1.765 गुणा 1000 ਕੀਤਾ मैं, एक दे पिछे 3 जीरोआं, ਇਹਦਾ मतलब दशमलव ਜਿਹੜਾ ਹੈਗਾ 1 2 3 ਉਹ 5 ਤੋਂ ਬਾਅਦ ਆਏਗਾ दशमलव, ठीक है जी। ਇਹਦਾ मतलब 1765 दशमलव आ गया ਤੇ ਆ ਉੱਤਰ ਸਿੱਧਾ ਵੀ ਕੱਢਿਆ ਜਾ ਸਕਦਾ ਸੀ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ 10 100 ਅਤੇ 1000 ਦੇ ਨਾਲ ਗੁਣਾ ਕਰਦੇ ਹਾਂ, ठीक है। सो प्यारे विद्यार्थियों मैं उम्मीद करता हां तुसी इस पैटर्न ਨੂੰ ਵੀ ਸਮਝਿਆ ਹੋਵੇਗਾ। ਪੈਟਰਨ ਨੂੰ ਸਮਝੋਗੇ ਤਾਂ ਅੱਗੇ ਆਉਣ ਵਾਲੇ ਸਵਾਲ ਜਿਹੜੇ ਹੈਗੇ ਨੇ ਸਾਡੇ ਹੋਰ ਸੌਖੇ ਹੋ ਜਾਣਗੇ। ਚਲੋ ਆਓ ਵਿਦਿਆਰਥੀਓ ਅਸੀਂ ਹੁਣ ਚੱਲਦੇ ਹਾਂ ਕੁਝ ਇੱਕ ਸਵਾਲਾਂ ਦੇ ਵੱਲ, ਉਹਨਾਂ ਸਵਾਲਾਂ ਨੂੰ ਹੱਲ ਕਰਾਂਗੇ ਤੇ ਨਾਲ ਦੇ ਨਾਲ ਸਮਝਾਂਗੇ ਵੀ ਜੋ ਅਸੀਂ ਹਜੇ ਤੱਕ ਕੀਤਾ ਹੈ। ਸੋ ਅਸੀਂ ਪਹਿਲੇ ਸਵਾਲ ਦੇ ਵੱਲ ਮੂਵ ਕਰਦੇ ਹਾਂ। ਹੁਣ ਅਸੀਂ ਸਵਾਲ ਕਰਾਂਗੇ ਤੇ ਨਾਲ ਦੇ ਨਾਲ ਇਹ ਵੀ ਚੀਜ਼ ਦੇਖਾਂਗੇ ਕਿ ਜੋ ਆਪਾਂ ਹੁਣ ਤੱਕ ਗੁਣਾ ਦੇ ਵਿੱਚ ਸਿੱਖਿਆ ਹੈ ਕਿ ਅਸੀਂ ਉਹ ਅਪਲਾਈ ਕਰ ਪਾ ਰਹੇ ਹਾਂ ਕਿ ਨਹੀਂ ਪਾ ਰਹੇ ਹਾਂ, ਉਸ ਨੂੰ ਆਪਾਂ ਐਕਸਰਸਾਈਜ਼ ਦੇ ਸਵਾਲਾਂ ਦੇ ਨਾਲ ਸਵਾਲਾਂ ਨੂੰ ਇਸ ਢੰਗ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਅਸੀਂ ਪਹਿਲੇ ਸਵਾਲ ਵੱਲ ਚੱਲੀਏ। ਪਹਿਲਾ ਸਵਾਲ ਹੈ ਮੇਰਾ 0.2 ਨੂੰ 6 ਦੇ ਨਾਲ ਗੁਣਾ ਕਰਨਾ ਹੈ, ਠੀਕ ਹੈ ਜੀ। ਸੋ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਵੀ ਤੁਸੀਂ ਇਹਨੂੰ ਕਰਨਾ ਤੇ ਇਹਨੂੰ 0.2 ਨੂੰ ਭੁੱਲ ਜਾਓ, ਤੁਸੀਂ ਇਕੱਲਾ 2 ਯਾਦ ਰੱਖੋ। 2 ਨੂੰ 6 ਦੇ ਨਾਲ ਗੁਣਾ ਕੀਤਾ ਤੇ 6 ਦੂਣੀ 12 12 ਆ ਗਿਆ। ਦਸ਼ਮਲਵ ਤੋਂ ਬਾਅਦ ਕਿੰਨੇ ਅਕਸ਼ਰ ਨੇ? एक अक्षर है कला। दशमलव तो बाद कितने अक्षर ने? सिर्फ केवल एक अक्षर है। ਇਹਦਾ मतलब ਜਿਹੜਾ ਦਸ਼ਮਲਵ ਇੱਥੇ ਪਿਆ ਹੈਗਾ ਆ ਉਸ ਦਸ਼ਮਲਵ ਨੂੰ ਜੰਪ ਕਰਕੇ ਆਪਾਂ ਇੱਧਰ ਲੈ ਜਾਣਾ। ਜਦੋਂ ਵੀ ਦਸ਼ਮਲਵਾਂ ਦੇ ਨਾਲ ਅਸੀਂ ਗੁਣਾ ਕਰ ਰਹੇ ਹਾਂ ਅਸੀਂ ਦਸ਼ਮਲਵ ਨੂੰ ਸੱਜੇ ਤੋਂ ਖੱਬੇ ਵੱਲ ਨੂੰ ਜਿਹੜਾ ਹੈਗਾ ਆ ਉਹ ਮੂਵ ਕਰਵਾਉਂਦੇ ਆ, ਲੈ ਕੇ ਜਾਂਦੇ ਆ, ਪ੍ਰਸਥਾਪਿਤ ਕਰਦੇ ਆ। ਕਿੰਨੇ ਡਿਜਿਟ ਕਿੰਨੇ ਅੰਕ? ਜਿੰਨੇ ਕੀ ਅੰਕ ਇਸ ਦਸ਼ਮਲਵ ਤੋਂ ਬਾਅਦ ਲਿਖੇ ਹੋਏ ਨੇ। ਇੱਥੇ ਦਸ਼ਮਲਵ ਇੱਕ ਅੰਕ ਸੀ, ਇਸ ਕਰਕੇ ਇਸ ਉੱਤਰ ਦੇ ਵਿੱਚ ਜਿਹੜਾ ਆ ਦਸ਼ਮਲਵ 12.0 ਆਣਾ ਸੀ ਉਸ ਦਸ਼ਮਲਵ ਨੂੰ ਮੈਂ ਕਿੱਥੇ ਕਰਤਾ 1.2। ਇਹਦਾ मतलब ਮੇਰਾ ਉੱਤਰ ਆ ਨਹੀਂ ਹੋਏਗਾ, ਮੇਰਾ ਉੱਤਰ ਆ ਹੋਏਗਾ 1.2। ਮੇਰਾ ਖਿਆਲ ਹੈ ਤੁਸੀਂ ਚੀਜ਼ ਨੂੰ ਸਮਝੇ ਹੋਵੋਗੇ। ਸਭ ਤੋਂ ਪਹਿਲਾਂ ਮੈਂ ਕੀਤਾ 6 ਦੂਣੀ 12, ਇੱਕ ਦਸ਼ਮਲਵ ਜਿਹੜਾ ਸੀਗਾ ਉਹ ਇੱਕ ਅਕਸ਼ਰ ਬਾਅਦ ਸੀਗਾ, ਇਹਦਾ मतलब ਜਿਹੜਾ ਦਸ਼ਮਲਵ ਇੱਥੇ ਸੀ ਉਹ ਇੱਥੇ ਆ ਗਿਆ, ਇਹ ਬਣ ਗਿਆ ਤੁਹਾਡੇ ਕੋਲ 1.2। ਇਹਦਾ ਜਿਹੜਾ ਹੈਗਾ ਆ ਉਹ ਮੇਰੇ ਕੋਲ ਉੱਤਰ ਆ ਗਿਆ। ਆਓ ਵਿਦਿਆਰਥੀਓ ਅਗਲੇ ਸਵਾਲ ਵੱਲ ਚੱਲੀਏ। अगला सवाल है मेरे को 8 गुणा 4.6, ठीक है जी। ਹੁਣ 8 गुणा 4.6 ਜੇ ਤਾਂ ਤੁਸੀਂ ਸਿੱਧੀ ਗੁਣਾ ਕਰ ਸਕਦੇ, ਦੇਖੋ ਫਿਰ ਮੈਂ ਕਹਾਂਗਾ ਇਹਨੂੰ ਤੁਸੀਂ ਹੁਣ 4.6 ਨਹੀਂ ਮੰਨਣਾ, ਠੀਕ ਹੈ। ਤੁਸੀਂ ਇਹਨੂੰ ਥੋੜੀ ਦੇਰ ਵਾਸਤੇ 46 ਯਾਨੀ ਕਿ 46 ਮੰਨ ਕੇ ਚੱਲੋ। 46 ਨੂੰ ਤੁਸੀਂ 8 ਨਾਲ ਗੁਣਾ ਕਰੋ, 8 5 40 8 6 48 4 ਆਂਸਰ 8 ਚੌਕ 32 ਦੇ 4 36। ਇਹ ਆ ਗਿਆ ਜੀ 368 ਆ ਗਿਆ, ठीक है जी। ਦਸ਼ਮਲਵ ਤੋਂ ਬਾਅਦ ਕਿੰਨੇ ਅਕਸ਼ਰ ਨੇ ਜੀ? ਕੇਵਲ ਇੱਕ ਅਕਸ਼ਰ ਹੈ। ਇਹਦਾ ਮਤਲਬ ਸੱਜੇ ਤੋਂ ਖੱਬੇ ਵੱਲ ਨੂੰ ਅਸੀਂ ਜਿਹੜਾ ਅਕਸ਼ਰ ਇੱਕ ਅਕਸ਼ਰ ਛੱਡ ਕੇ ਇਹਦਾ ਦਸ਼ਮਲਵ ਲਗਾ ਦਿੱਤਾ, ਇਹ ਆ ਗਿਆ 36.8 ਜਿਹੜਾ ਹੈਗਾ ਆ ਉਹ ਮੇਰਾ ਇਸ ਦਾ ਉੱਤਰ ਹੋਏਗਾ। ਆਓ ਵਿਦਿਆਰਥੀਓ ਚੱਲਦੇ ਹਾਂ ਅਸੀਂ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ ਮੇਰਾ 20.1 ਨੂੰ ਮੈਂ ਗੁਣਾ ਕਰ ਰਿਹਾ ਹਾਂ 4 ਦੇ ਨਾਲ, ਠੀਕ ਹੈ ਜੀ। 20.1 ਨੂੰ ਜਦੋਂ 4 ਦੇ ਨਾਲ ਗੁਣਾ ਕਰਾਂਗਾ ਤਾਂ ਤੁਸੀਂ ਇਹਨੂੰ ਡਾਇਰੈਕਟ ਵੀ ਗੁਣਾ ਕਰ ਸਕਦੇ ਹੋ। ਤੁਸੀਂ ਇਹ ਦਸ਼ਮਲਵ ਨੂੰ ਭੁੱਲ ਜਾਓ। ਇਹ ਤੁਹਾਡੇ ਕੋਲ ਕਿੰਨਾ ਬਣ ਗਿਆ? ਇਹ ਬਣ ਗਿਆ ਤੁਹਾਡੇ ਕੋਲ 201। ਇਹ ਮੇਰਾ ਰਫ ਵਰਕ ਹੈ ਜੀ। ਇਧਰਲੇ ਪਾਸੇ ਜਿਵੇਂ ਤੁਸੀਂ ਆਪਣੀ ਕਾਪੀ ਦੇ ਵਿੱਚ ਕਰਦੇ ਹੋ ਮੈਂ ਇਹਨੂੰ ਰਫ ਵਰਕ ਕਰ ਰਿਹਾ। 201 ਨੂੰ ਮੈਂ ਕਿਹਦੇ ਨਾਲ ਗੁਣਾ ਕਰ ਰਿਹਾ ਜੀ? 4 ਦੇ ਨਾਲ। 4 ਏਕਮ 4 0 4 ਦੂਣੀ 8। ਮੇਰੇ ਕੋਲ ਆਨਸਰ ਆ ਗਿਆ ਜੀ 804। ਮੇਰੇ ਕੋਲ ਆਨਸਰ ਇਹਦਾ ਜਿਹੜਾ ਹੈਗਾ ਉਹ ਆ ਗਿਆ। ਲੇਕਿਨ ਦਸ਼ਮਲਵ ਤੋਂ ਬਾਅਦ ਕਿੰਨੇ ਅਕਸ਼ਰ ਨੇ? ਕੇਵਲ ਇੱਕ ਅਕਸ਼ਰ ਹੈ ਦਸ਼ਮਲਵ ਤੋਂ ਬਾਅਦ। ਇਹਦਾ ਮਤਲਬ ਇੱਕ ਅਕਸ਼ਰ ਛੱਡ ਕੇ ਪੁਆਇੰਟ ਜਿਹੜਾ ਹੈਗਾ ਉਹ ਲਗਾ ਦਾਂਗਾ ਤੇ ਉੱਤਰ ਮੇਰੇ ਕੋਲ ਆਏਗਾ 80.4 ਜਿਹੜਾ ਹੈਗਾ ਆ ਉਹ ਮੇਰਾ ਉੱਤਰ ਆ ਰਿਹਾ ਹੈ। ਚਲੋ ਆਓ ਵਿਦਿਆਰਥੀਓ ਇੱਕ ਹੋਰ ਸਵਾਲ ਕਰਕੇ ਦੇਖੀਏ ਇਸ ਨਾਲ ਦਾ। ਉਸ ਤੋਂ ਬਾਅਦ ਅਸੀਂ ਹੋਰ ਵੀ ਸਵਾਲ ਜਿਹੜੇ ਹੈਗੇ ਬਾਰੀ-ਬਾਰੀ ਕਰਦੇ ਰਵਾਂਗੇ। ਅਗਲਾ ਸਵਾਲ ਹੈ ਮੇਰਾ ਚੌਥਾ ਨੰਬਰ ਸਵਾਲ 211.02 ਗੁਣਾ 4।
ठीक है विद्यार्थियों। अच्छा हुण देखो ਇਹਦੇ ਵਿੱਚ ਵੀ ਸੇਮ ਹੈ, ਇਹ 211.02 ਜਿਹੜਾ ਹੈਗਾ ਆ ਦਸ਼ਮਲਵ ਨੂੰ ਭੁੱਲ ਜਾਓ। ਹੁਣ ਮੈਂ ਰਫ ਕੰਮ ਇਧਰਲੇ ਪਾਸੇ ਕਰਦਾ, 21102 ਨੂੰ ਮੈਂ 4 ਦੇ ਨਾਲ ਗੁਣਾ ਕਰਦਾ, 4 दूनी 8, 0 4 एकम 4, 4 एकम 4 ਤੇ 4 दूनी 8। उत्तर आया मेरे को विद्यार्थियों 8 4 4 4 4 0 8। दशमलव तो बाद कितने अक्षर ने 1 2, ਇਹਦਾ ਮਤਲਬ ਜਿਹੜਾ ਦਸ਼ਮਲਵ ਇੱਥੇ ਲੱਗਣਾ ਸੀ, ਠੀਕ ਹੈ ਜੀ, ਇਹ ਮੈਂ ਵੈਸੇ ਲਗਾ ਰਿਹਾ, ਇੱਥੇ ਲੱਗਣਾ ਸੀ, ਉਧਰੋਂ ਸੱਜੇ ਤੋਂ ਖੱਬੇ ਵੱਲ ਨੂੰ 2 ਅਕਸ਼ਰ ਛੱਡ ਦਿਓ, ਪਹਿਲਾ ਦੂਜਾ, ਯਾਨੀ ਕਿ ਉਹ ਇੱਥੇ ਜਿਹੜਾ ਹੈਗਾ ਦਸ਼ਮਲਵ ਲੱਗ ਗਿਆ। ਸੱਜੇ ਤੋਂ ਖੱਬੇ ਵੱਲ ਨੂੰ ਚੱਲਣਾ ਵਿਦਿਆਰਥੀਓ, ਕਈ ਬੱਚੇ ਗਲਤੀ ਨਾਲ ਖੱਬੇ ਤੋਂ ਸੱਜੇ ਵੱਲ ਨੂੰ ਇੱਧਰ ਨੂੰ ਚੱਲ ਪੈਂਦੇ ਨੇ, ਉਹ ਗਲਤ ਹੋਵੇਗਾ, ਠੀਕ ਹੈ ਜੀ। ਸੋ ਇਹ ਸਾਡੇ ਕੋਲ ਉੱਤਰ ਆ ਗਿਆ 844 ਜਮਾ 0.08 ਜਿਹੜਾ ਹੈਗਾ ਆ ਉਹ ਇਹਦਾ ਉੱਤਰ ਆਏਗਾ, ਠੀਕ ਹੈ ਜੀ। ਚਲੋ ਆਓ ਚੱਲਦੇ ਹਾਂ ਅਸੀਂ ਆਪਣੇ ਅਗਲੇ ਸਵਾਲ ਵੱਲ। ਸਾਡਾ ਅਗਲਾ ਸਵਾਲ ਹੈ, ਅਗਲਾ ਸਵਾਲ ਅਸੀਂ ਸਟੇਟਮੈਂਟ ਵਾਲਾ ਸਵਾਲ ਕਰਦੇ ਹਾਂ ਇੱਕ ਅੱਧਾ, ਤਾਂ ਕਿ ਇਸ ਚੀਜ਼ ਨੂੰ ਜਿਹੜੇ ਇਕਾਈ ਦੇ ਸਵਾਲ ਹੈਗੇ ਨੇ ਉਹਨਾਂ ਰਾਹੀਂ ਵੀ ਸਮਝਿਆ ਜਾ ਸਕੇ। ਸੋ ਪ੍ਰਸ਼ਨ ਨੰਬਰ 5 ਜਿਹੜਾ ਹੈਗਾ ਆ ਉਸ ਚੀਜ਼ ਨੂੰ ਅਸੀਂ ਦੇਖਦੇ ਹਾਂ। ਇੱਕ ਆਇਤ ਦਾ ਖੇਤਰਫਲ ਪਤਾ ਕਰੋ। ਇਹ ਮੈਂ ਖੇਤਰਫਲ ਲਿਖਿਆ ਹੈ, ਖੇਤਰਫਲ ਪਤਾ ਕਰੋ ਜਿਸ ਦੀ ਲੰਬਾਈ ਦਿੱਤੀ ਹੈ ਜੀ ਤੁਹਾਨੂੰ 5.7 ਸੈਂਟੀਮੀਟਰ ਅਤੇ ਚੌੜਾਈ ਜਿਹੜੀ ਹੈਗੀ ਆ ਉਹ ਮੈਨੂੰ ਦਿੱਤੀ ਗਈ ਆ 3 ਸੈਂਟੀਮੀਟਰ ਹੈ, ਠੀਕ ਹੈ ਜੀ। ਆਇਤ ਦਾ ਖੇਤਰਫਲ ਪਤਾ ਕਰਨਾ ਜਿਸ ਦੀ ਲੰਬਾਈ 5.7 ਸੈਂਟੀਮੀਟਰ ਅਤੇ ਉਸ ਦੀ ਚੌੜਾਈ 3 ਸੈਂਟੀਮੀਟਰ ਹੈ। ਇਹ ਮੰਨ ਲਓ ਇੱਕ